श्री वाहिगुरु साहिब जीओ। राग गुजरी महला चौथा। हर के जन सतगुर सतपुरखा, बिनो करो गुर पास। हम कीरे किरम सतगुर सरनाई, कर दया नाम परगास। मेरे मीत गुरदेव, मोको राम नाम परगास। गुरमत नाम मेरा प्राण सुखाई, हर कीरत हमारी रह रास। गुरमत नाम मेरा प्राण सुखाई, हर कीरत हमारी रह रास। वाहिगुरु जी का खालसा, वाहिगुरु जी की फतेह। आओ गुरु प्यारे, गुरु सवारे, सतसंगी जनो, रोजाना की तरह पातशाह जी की अपार किरपा बख्शिश का सदका अमृत वेले तो लै करके ही पातशाह जी के चरणा कमलों विखे हाजरियां लवा रहे हो आप जी। अमृत वेल के नितनेम उपरंत पवित्र आसा जी की वार के शब्द कीर्तन सरवण कर रहे सी। उपरंत चल रही लड़ीवार कथा मुताबक पवित्र शब्द का पाठ सरवण किया जी। जो कंटीन्यूज कथा करते हुए आपां श्री ग्रंथ साहिब महाराज जी दे पवित्र रहरास साहब जी दे जाप ते पहुँचे हाँ। पवित्र अंग 10 उपर जो शब्द सुभाएमान है, धन धन श्री गुरु रामदास महाराज जी का उचारण किया होया ये शब्द आओ ये शब्द की विचार नाल जुड़ना करिए जी। इस पवित्र शब्द की उथानका भी लिखनी की है, जो कि मतलब है कि ये शब्द कदों कित्थे किवें उचारण किया गया। पवित्र उथानका बारे दसदे हन कि जदों भाई जेठा जी मतलब सतगुरु रामदास जी महाराज तीसरे पातशाह सतगुरु श्री गुरु अमरदास माल दरबार विच श्री गोविंदवाल साहब रह करके बड़े चाह ते प्रेम सहित निष्काम सेवा करन लगे। उन्हां समयां दी गल है 1616 बिक्रमी विच जदों श्री बौली साहब जी की कथा आरंभ की गई। भाई जेठा जी ने बड़ी ही जिम्मेवारी दे नाल लगन ते चाव दे नाल इस सेवा विच अपना हिस्सा पाया। रोजाना संगत दे आउण तो पहला सारी तैयारी करनी, टोकरियां कईयां आदि बाहर कढ़नियां तैयार करनियां ते सारी संगत दे जाण तो बाद सारा समान संभालना। इस चीज़ नूं धन धन श्री गुरु रामदास महाराज जी अपनी जिम्मेवारी समझते सन ते सतगुरु अमरदास महाराज जी दे नज़र विच भी प्रवान हो चुके सन। मानो उन्हां दिनां दी गल है जिस वेले ये सेवा कर रहे सन। मिट्टी की टोकरी बाहर सिट के वापस आ रहे सन, हथ विच टोकरी फड़ी हुई आ ते गुरु अमरदास जी दे सुपत्नी माता रामो जी ने सतगुरु पातशाह जी दे कोल बेनती की, महाराज
ਆਪਣੀ ਬੱਚੀ ਬੀਬੀ ਭਾਨੀ ਹੁਣ ਵਿਆਹੁਣ ਯੋਗ ਹੋ ਗਈ ਹੈ। ਕਿਰਪਾ ਕਰੋ ਕੋਈ ਇਸ ਦੇ ਲਈ ਸੁੰਦਰ ਵਰ ਦੇਖਿਆ ਜਾਵੇ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਦੇਖ ਰਹੇ ਸਨ, ਸਿੱਖ ਸੰਗਤਾਂ ਦੀ ਕਰਵਾ ਰਹੇ ਸਨ ਵਿੱਚ ਬੈਠੇ। ਸੁਭਾਵਕ ਹੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਕਿਹੋ ਜਿਹਾ ਬੱਚਾ ਇਹਨਾਂ ਦੇ ਲਈ ਆਪਾਂ ਨੂੰ ਦੇਖਣਾ ਚਾਹੀਏ। ਤਾਂ ਉਸ ਵੇਲੇ ਸਾਹਮਣਿਓਂ ਆ ਰਹੇ ਭਾਈ ਜੇਠਾ ਜੀ ਨੂੰ ਦੇਖ ਕਰਕੇ ਮਾਤਾ ਜੀ ਨੇ ਇਸ਼ਾਰਾ ਕੀਤਾ ਕਿ ਜਿਸ ਤਰ੍ਹਾਂ ਦਾ ਆ ਬੱਚਾ ਸਾਹਮਣੇ ਆ ਰਿਹਾ, ਕੋਈ ਇਹੋ ਜਿਹਾ ਵਰ ਹੋਣਾ ਚਾਹੀਦਾ। ਇਹ ਸੁਣ ਕਰਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਔਰ ਘਰ ਪਰਿਵਾਰ ਬਾਰੇ ਥੋੜ੍ਹੀ ਬਹੁਤੀ ਪੁੱਛਗਿੱਛ ਕੀਤੀ ਤੇ ਉਸੇ ਨੂੰ ਹੀ ਪ੍ਰਵਾਨ ਕਰਕੇ ਕੁੜਮਾਈ ਦੀ ਰਸਮ ਕਰ ਦਿੱਤੀ। ਸਮਾਂ ਆਉਣ 'ਤੇ ਭਾਈ ਜੇਠਾ ਜੀ ਤੇ ਬੀਬੀ ਭਾਨੀ ਜੀ ਦੀ ਸ਼ਾਦੀ ਕਰ ਦਿੱਤੀ, ਵਿਆਹ ਕਰ ਦਿੱਤਾ। ਤੋ ਭਾਈ ਜੇਠਾ ਜੀ ਜਿਨ੍ਹਾਂ ਦੇ ਮਾਤਾ ਪਿਤਾ ਪਹਿਲਾਂ ਗੁਜ਼ਰ ਚੁੱਕੇ ਸਨ, ਹੁਣ ਸਤਿਗੁਰੂ ਅਮਰਦਾਸ ਜੀ ਦੇ ਮਹਾਰਾਜ ਜੀ ਦੇ ਕੋਲ ਹੀ ਸੇਵਾ ਦੇ ਵਿੱਚ ਰਹਿੰਦੇ ਸਨ। ਕੁਝ ਸਮਾਂ ਇਹਨਾਂ ਨੇ ਆਪਣੇ ਨਾਨਕੇ ਪਿੰਡ ਆਪਣੀ ਨਾਨੀ ਕੋਲ ਬਤੀਤ ਕੀਤਾ, ਘੁੰਗਣੀਆਂ ਵੇਚ ਕੇ। ਉਸ ਤੋਂ ਬਾਅਦ ਇਹਨਾਂ ਨੇ ਸੇਵਾ ਦੇ ਵਿੱਚ ਐਸੀ ਲਗਨ ਦੇ ਨਾਲ ਸੇਵਾ ਕੀਤੀ। ਸ਼ਾਦੀ ਹੋ ਗਈ, ਪਰ ਫਿਰ ਵੀ ਕੋਈ ਜਵਾਈ ਪੁਣੇ ਦਾ ਹੰਕਾਰ ਨਹੀਂ ਹੈ ਕਿ ਮੈਂ ਜਵਾਈ ਹਾਂ ਇਸ ਘਰ ਦਾ। ਉਸੇ ਤਰ੍ਹਾਂ ਹੀ ਬੜੀ ਨਿਰਮਾਣਤਾ ਨਾਲ, ਸੇਵਾ ਭਾਵਨਾ ਨਾਲ ਸੇਵਾ ਚੱਲਦੀ ਰਹੀ। ਸਤਿਗੁਰੂ ਅਮਰਦਾਸ ਮਹਾਰਾਜ ਜੀ ਪਰਖਦੇ ਰਹੇ ਸਮਾਂ ਦੇ ਨਾਲ। ਤੇ ਇੱਕ ਦਿਨ ਸਮਾਂ ਆਇਆ ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਦੋ ਜਵਾਈਆਂ ਦੀ ਪ੍ਰੀਖਿਆ ਲੈ ਕਰਕੇ, ਭਾਵੇਂ ਕਿ ਸਭ ਜਾਣਦੇ ਸੀ ਪਰ ਸੰਗਤਾਂ ਨੂੰ ਤਸੱਲੀ ਕਰਾਉਣੀ ਸੀ। ਇੱਕ ਵਾਰੀ ਸੰਗਤਾਂ ਨੇ ਪੁੱਛਿਆ ਸੀ, ਮਹਾਰਾਜ ਅਗਲਾ ਗੁਰਤਾ ਗੱਦੀ ਦਾ ਮਾਲਕ ਕਿਹੜਾ ਹੋਵੇਗਾ? ਤਾਂ ਗੁਰੂ ਅਮਰਦਾਸ ਸਾਹਮਣੇ ਦੋ ਜਵਾਈ ਸਨ, ਦੋ ਪੁੱਤਰ ਸਨ, ਲੇਕਿਨ ਇਹਨਾਂ ਨੇ ਆਪਣੇ ਦੋਨਾਂ ਜਵਾਈਆਂ ਦੀ ਪ੍ਰੀਖਿਆ ਲਈ ਦੋ ਥੜੇ ਬਣਾਉਣ ਦੇ ਵਿੱਚ ਸੰਗਤਾਂ ਨੂੰ ਇਹ ਜੱਜਮੈਂਟ ਕਰਵਾਉਣ ਦੇ ਲਈ ਕਿ ਗੁਰਤਾ ਗੱਦੀ ਨੂੰ ਚਲਾਉਣ ਵਾਲਾ ਸਿੱਖ ਹੈ, ਜਿਹੜਾ ਸੇਵਾਦਾਰ ਹੈ ਜਾਂ ਜਿਹੜਾ ਕੱਲ੍ਹ ਨੂੰ ਗੁਰੂ ਬਣਨਾ, ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ। ਬੜੀ ਨਿਮਰਤਾ ਵਾਲਾ, ਬੜੇ ਨਿਰਮਾਣ ਸੁਭਾਅ ਵਾਲਾ। ਤੇ ਥੜੇ ਬਣਾਉਂਦਿਆਂ ਹੋਇਆਂ ਜੱਜਮੈਂਟ ਕਰਵਾਇਆ ਸੰਗਤਾਂ ਨੂੰ ਕਿ ਇਹ ਗੁਣ ਜਿਹੜੇ ਹਨ ਰਾਮਦਾਸ ਜੀ ਵਿੱਚ ਹੀ ਹਨ। ਅਖੀਰ ਉਹਨਾਂ ਨੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਵੀ ਦੇ ਦਿੱਤੀ ਹੈ। ਔਰ ਫਿਰ ਜਦ ਗੁਰਤਾ ਗੱਦੀ ਤੇ ਬੈਠ ਗਏ, ਜਿਵੇਂ ਉਹਨਾਂ ਨੇ ਗੁਰੂ ਕੋਲੋਂ ਦਾਤਾਂ ਪ੍ਰਾਪਤ ਕੀਤੀਆਂ, ਉਵੇਂ ਸਾਨੂੰ ਵੀ ਦੱਸਣਾ ਕਰਦੇ ਹਨ ਕਿ ਸਿੱਖ ਨੂੰ ਗੁਰੂ ਦੇ ਕੋਲੋਂ ਕਿਵੇਂ ਲੈਣਾ ਚਾਹੀਦਾ, ਕਿਵੇਂ ਮੰਗਣਾ ਚਾਹੀਦਾ ਜਾਂ ਕਿਵੇਂ ਮਿਲ ਸਕਦਾ ਹੈ। ਹੋਰ ਕੋਈ ਦਾਜ ਵਗੈਰਾ ਮੰਗਣ ਦੀ ਮਰਜ਼ਾਦਾ ਗੁਰੂ ਘਰ ਵਿੱਚ ਨਹੀਂ ਹੈ। ਸਤਿਗੁਰੂ ਰਾਮਦਾਸ ਜੀ ਨੇ ਆਪਣੇ ਸਤਿਗੁਰਾਂ ਦੇ ਸਨਮੁਖ ਬੇਨਤੀ ਕਰਦੇ ਹਾਂ, ਗੁਰਸਿੱਖਾਂ ਨੂੰ ਬੇਨਤੀ ਕਰਕੇ ਮੰਗਣ ਦੀ ਜਾਚ ਸਿਖਾਉਂਦੇ ਹਾਂ। ਜਦ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਰਾਗ ਗੋਜਰੀ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ। ਉਸ ਤੋਂ ਪਹਿਲਾਂ ਵੀ ਗੁਰਤਾ ਗੱਦੀ ਤੇ ਬਹਿੰਦਿਆਂ ਹੀ ਬੜੇ ਬਰਾਗ ਵਿੱਚ ਆ ਕੇ ਸਤਿਗੁਰੂ ਰਾਮਦਾਸ ਜੀ ਨੇ ਇੱਕ ਬਚਨ ਉਚਾਰਿਆ ਸੀ,
जो हमरी बिद होती मेरे सतगुरा साबे तुम हर जानो आपे। हम रुलते फिरते कोई बात न पूछता गुर सतगुर संग कीरे हम थापे। मैं रुलदा फिरदा सी मैनू कोई पुछदा नहीं सी भाव मैं बड़ा ही निमाणा सी। पर गुरु अमरदास जी ने कृपा की कि मैनू एक निमाणे जे सिख नूं गुरता गद्दी दे उत्ते थापना कीता है, सृष्टि का गुरु बना दिता। ये गुरु की कृपा है। बहुत सारी बाणी सतगुरु रामदास पातशाह जी ने उचारण की है, जिहड़ी कि श्री ग्रंथ साहिब जी के महाराज जी दे विच समय समय ते पंजवें पातशाह जी ने दर्ज की है। जिवें लावां दी बाणी ये भी चौथे पातशाह जी ने उचारण की। खैर उसकी गल फिर करांगे आपां। अज आपां गल करते हाँ जो शब्द रहरास दे विचों आप जी ने सरवण किया। आरंभ करिए उस तो पहला गुरु चरनां विच अपनियां ते दास दियां लवाओ हाजरियां। गुरु का बख्शिया फतेह का नारा करो बुलंद गज के आखो जी वाहिगुरु जी का खालसा वाहिगुरु जी की फतेह। राग गुजरी महला चौथा। हर के जन सतगुर सतपुरखा आओ सिखो इयों बेनती करिए। ओ हरि दे जनो हरि दे प्यारिओ आओ सतपुरख दे कोल सतगुरु दे कोल जो परमेश्वर नाल एकमिक हो चुके है उस रब दे प्यारे कोल किवें बेनती करिए। बिनो करो गुर पास। जे इत्थे बिंदी ला दईए करों ते तां इहदा मतलब मैं बेनती करदा हाँ। जे ना लाइए बिनो करो गुर पास फिर मानो सानू दसदे है कि तुसी इदां बेनती करो। महाराज किवें करिए। सतगुरु पातशाह जी कहने सिखो कहो हम कीरे किरम सतगुर सरनाई। असी निमाणे छोटियां तो छोटे किरम भाव दासां दे दास। महाराज कृपा करो असी इतने निमाणे हाँ। किरम हुंदा जिस दे विच कोई हड्डी नहीं हुंदी। साडे रीढ़ दी हड्डी है फिर भी सीधा खड़ सकते हैं, सीधे नहीं खड़ सकते। जिन्हां च केवल मास ही मास हुंदा। भाव बहुत ही निमरता विच जा करके निमाणेपण विच जा करके दासन दास कहे जन नानक दे मुताबक तो वड पुरख वड अगम गुसाई। हम कीरे किरम तुम नछे। तू वड्डा है बेअंत है गुसाई मालक है असी निके जे कीड़े हाँ। कृपा करो सतगुर सरनाई। असी तेरी शरण विच आए हाँ। सानू पता लगे तेरा सुभाव बड़ा चंगा है। मैं सुनिया जो शरण आवे तिस कंठ लगावे ए बिरध सुआमी संधा। ये तुहाडी आदत है तुहाडा सुभाव है महाराज। मैं बेनती करदा हाँ हम कीरे किरम सतगुर सरनाई। कर दया नाम परगास मैनू भी नाम दी दात बख्शिश करो। मेरे मीत गुरदेव और गुरु दे नाल ऐसा प्यार पाओ मित्रां दी न्याई। जिवें बच्चा मास्टर दे नाल घुल मिल जांदा है
ਵਿਦਿਆਰਥੀ ਨੂੰ ਅਧਿਆਪਕ ਪੜ੍ਹਾਉਂਦੇ ਹਨ। ਇੱਕ ਦੂਜੇ ਨਾਲ ਪ੍ਰੇਮ ਹੋਵੇ ਤਾਂ ਫਿਰ ਵਧੀਆ ਹੀ ਸਮਝ ਆਉਂਦੀ ਹੈ, ਸਮਝਾਇਆ ਜਾਂਦਾ ਹੈ। ਇਸੇ ਤਰ੍ਹਾਂ ਸਿੱਖ ਦਾ ਗੁਰੂ ਦੇ ਨਾਲ ਐਸਾ ਪ੍ਰੇਮ ਹੋਵੇ। ਔਰ ਆਪਣੀ ਮੱਤ ਨੂੰ ਪਾਸੇ ਛੱਡ ਕੇ ਗੁਰੂ ਦੀ ਮੱਤ ਸੁਣਨੀ ਚਾਹੀਏ। ਗੁਰੂ ਕੀ ਕਹਿੰਦਾ? ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ। हे ਮੇਰੇ ਮਿੱਤਰ, ਮੇਰੇ ਸਤਿਗੁਰੂ, ਮੋਕੋ ਰਾਮ ਨਾਮ ਪਰਗਾਸ। ਮੈਨੂੰ ਉਹ ਪਰਮੇਸ਼ਰ ਦਾ ਨਾਮ ਦੇ ਦੇ। ਜਿਸ ਤਰ੍ਹਾਂ ਪ੍ਰੀਤਮ ਲਿਖਦੇ ਹਨ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਉਹ ਨਾਮ ਦੇ ਦੇ ਜਿਸ ਦੇ ਨਾਲ ਮੇਰੇ ਅੰਦਰ ਤੇਰੇ ਗਿਆਨ ਦਾ ਪ੍ਰਕਾਸ਼ ਹੋ ਜਾਵੇ। ਸਤਿਗੁਰ ਸ਼ਬਦ ਹੀ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਕਿਉਂਕਿ ਉਹ ਰਤਨ, ਉਹ ਹੀਰੇ ਜਵਾਹਰਾਤ ਜੋ ਸਾਡੀ ਮੱਤ ਵਿੱਚ ਰੱਖੇ ਆ, ਗੁਰੂ ਦੀ ਕਿਰਪਾ ਨਾਲ ਹੀ ਨਿਕਲਦੇ ਆ। ਮੱਤ ਵਿੱਚ ਰਤਨ ਜਵਾਹਰ ਮਾਨਕ। ਜੇ ਇਹ ਗੁਰ ਕੀ ਸਿੱਖ ਸੁਣੀ, ਸਤਿਗੁਰੂ ਪਾਤਸ਼ਾਹ ਕਹਿੰਦੇ ਕਿਰਪਾ ਕਰੋ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਕਿਉਂਕਿ ਮਨੁੱਖ ਦੇ ਨਾਲ ਜਾਣ ਵਾਲਾ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੀ ਹੈ। ਜੋ ਇਸ ਦੇ ਨਾਲ ਜਾਣ ਵਾਲਾ ਹੈ, ਰਹਾਉ ਹਰ ਕੀਰਤ ਹਮਰੀ ਰਹਿ ਰਾਸ। ਇਹੋ ਹੀ ਸਾਡੀ ਰਸਤੇ ਦੀ ਪੂੰਜੀ ਹੈ ਪਰਮੇਸ਼ਰ ਦੇ ਦਰ ਤੇ ਜਾਣ ਲਈ। ਰਹਿ ਰਾਸ ਇਸ ਪਵਿੱਤਰ ਬਾਣੀ ਦਾ ਨਾਮ ਵੀ ਹੈ। ਔਰ ਰਹਿ ਰਾਸ ਉਸ ਪਰਮੇਸ਼ਰ ਦੇ ਵੱਲ ਜਾਣ ਦੇ ਲਈ ਜੋ ਰਸਤੇ ਵਿੱਚ ਲੋਟ ਆਉਣਾ ਹੈ, ਜੋ ਕੰਮ ਆਉਣਾ ਲੋੜ ਪੈਣ ਤੇ, ਜਿਸ ਨੂੰ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਲਿਖਣਾ ਕਰਦੇ ਹਨ, ਜੈ ਮਹਾ ਭਿਆਨ ਤਬ ਤਵੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝਿਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸ਼ਰਾਮ। ਇਸ ਕਰਕੇ ਇਸ ਨਾਮ ਨੇ ਹੀ ਤੇਰੀਆਂ ਸਾਰੀਆਂ ਆਸਾਂ ਲੋੜਾਂ ਪੂਰੀਆਂ ਕਰਨੀਆਂ। ਸਿੱਖ ਨੂੰ ਸਮਝ ਆਈ ਤੇ ਫਿਰ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਫਿਰ ਕਿਉਂ ਨਾ ਨਾਮ ਦੀ ਦਾਤ ਹਰੀ ਦੀ ਸਿਫਤ ਮੰਗੇ। ਕਿਉਂਕਿ ਸਾਡਾ ਸਿਫਤ ਕਰਨਾ, ਨਾਮ ਜਪਣਾ, ਇਹ ਵੀ ਗੁਰੂ ਕਿਰਪਾ ਦੇ ਨਾਲ ਹੀ ਹੁੰਦਾ। ਰਹਾਉ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਹਨ, ਮਹਾਰਾਜ ਤੇਰੀ ਸਿਫਤੀ ਸਾਡੀ ਰਹਿ ਰਾਸ ਹੈ। ਕਿਰਪਾ ਕਰਕੇ ਸਾਨੂੰ ਹਰੀ ਦੀ ਕੀਰਤੀ ਬਖਸ਼ੋ, ਜਿਹੜੀ ਕਿ ਕੱਲ ਨੂੰ ਜਦ ਮੈਂ ਸੰਸਾਰ ਛੱਡ ਕੇ ਜਾਵਾਂ, ਉਹ ਤੇਰੀ ਸਿਫਤ ਮੇਰੇ ਨਾਲ ਜਾਵੇਗੀ। ਰਹਾਉ ਹਰ ਜਨ ਕੇ ਵਡ ਭਾਗ ਵਡੇਰੇ। ਜਿਨ ਹਰ ਹਰ ਸਰਦਾ ਹਰ ਪਿਆਸ। ਉਹ ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦੀ ਪਿਆਸ ਲੱਗਦੀ ਆ। ਇਹ ਹਰੀ ਦੇ ਨਾਮ ਦਾ ਕੋਈ ਮੁੱਲ ਨਹੀਂ ਹੈ, ਜੋ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ। ਰਹਾਉ
हर जन के बड़ भाग वडेरे, जिन हर हर सरदा हर प्यास। ਉਹਨਾਂ ਹਰੀ ਦੇ ਪਿਆਰਿਆਂ ਦੇ ਵੱਡੇ ਭਾਗ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਜਾਂਦਾ, ਜਿਨ੍ਹਾਂ ਨੂੰ ਪਿਆਸ ਲੱਗਦੀ ਆ। ਸਾਚੈ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁਖ। ਹਰੀ ਦੇ ਨਾਮ ਦੀ ਭੁੱਖ ਤੇ ਪਿਆਸ ਲੱਗੇ ਤੇ ਸਾਡਾ ਜੀਵਨ ਸਫਲਾ ਹੋ ਜਾਂਦਾ। ਦੱਸਦੇ ਐ ਇਸ ਨਾਮ ਦੀ ਮਹਿਮਾ ਦੱਸਣ ਵਾਸਤੇ ਇੱਕ ਸਾਧੂ ਨੇ ਆਪਣੇ ਚੇਲੇ ਨੂੰ ਕੀ ਕਿਹਾ ਕਿ ਮਹਾਤਮਾ ਦੇ ਕੋਲ ਰਹਿ ਕੇ ਇੱਕ ਜਗਿਆਸੂ ਨੇ 1 ਸਾਲ ਸੇਵਾ ਕੀਤੀ। ਸੰਤਾਂ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਉਹਨੂੰ ਨਾਮ ਜਪਣ ਦੀ ਦਾਤ ਬਖਸ਼ ਦਿੱਤੀ। ਜਗਿਆਸੂ ਨੇ ਕਿਹਾ, ਮਹਾਰਾਜ ਇਹ ਨਾਮ ਤਾਂ ਮੈਂ ਪਹਿਲਾਂ ਵੀ ਜਾਣਦਾ ਸੀ, ਪਰ ਤੁਹਾਡੇ ਕੋਲ 1 ਸਾਲ ਰਹਿ ਕੇ ਸੇਵਾ ਕਰਨ ਦਾ ਕੀ ਫਲ ਹੋਇਆ? ਤਾਂ ਸੰਤਾਂ ਨੇ ਉਸ ਨੂੰ ਇੱਕ ਕੀਮਤੀ ਲਾਲ ਦੇ ਕੇ ਕਿਹਾ, ਜਾ ਇਹਨੂੰ ਲੈ ਕੇ ਜਾ ਬਾਜ਼ਾਰ ਵਿੱਚ ਵੇਚ ਕੇ ਆ, ਇਹਦਾ ਮੁੱਲ ਪਵਾ ਕੇ ਲਿਆ, ਕਿੰਨੇ ਕੁ ਦਾ ਵਿਕਦਾ ਹੈ। ਕਹਿੰਦੇ ਉਹ ਲੈ ਕੇ ਉਸ ਲਾਲ ਨੂੰ ਬਾਜ਼ਾਰ ਵਿੱਚ ਚੱਲਿਆ। ਸਭ ਤੋਂ ਪਹਿਲਾਂ ਇੱਕ ਮਾਈ ਨੂੰ ਜਾ ਕੇ ਦਿਖਾਇਆ। ਮਾਈ ਨੂੰ ਕਿਹਾ ਕਿ ਮਾਈ ਇੱਕ ਮੇਰੇ ਕੋਲੇ ਲਾਲ ਹੈ, ਮੈਂ ਦੇਣਾ ਚਾਹੁੰਦਾ, ਤਾਂ ਤੂੰ ਕੀ ਦੇਵੇਂਗੀ? ਕਹਿੰਦੀ ਭਾਈ ਸੇਰ ਆਟਾ ਲੈ ਜਾ, ਹੋਰ ਮੈਂ ਕੀ ਦੇ ਸਕਦੀ ਹਾਂ, ਨਜ਼ਰ ਵੱਟੂ ਜਾਂ ਬੱਚੇ ਦੇ ਗਲ 'ਚ ਪਾ ਦੂੰਗੀ। ਫਿਰ ਅੱਗੇ ਚੱਲ ਕੇ ਉਸਨੇ ਇੱਕ ਜੱਟ ਨੂੰ ਉਹ ਲਾਲ ਦਿਖਾਇਆ। ਉਹ ਖੇਤੀਬਾੜੀ ਕਰਨ ਵਾਲਾ ਮਨੁੱਖ, ਉਸਨੇ ਰੁਪਈਆਂ ਨਾਲ ਮੁੱਲ ਪਾਤਾ। ਉਹ ਕਿਹਾ ਵੀ ਰੁਪਈਏ ਕਦਾ ਹੋਵੇਗਾ ਭਾਈ, ਰੁਪਈਆ ਦੇ ਦੇਣਾ ਇੱਕ। ਫਿਰ ਬਾਣੀਏ ਕੋਲ ਗਿਆ, ਉਹਨੇ 100 ਰੁਪਈਆ ਮੁੱਲ ਪਾਤਾ। ਅਖੀਰ ਚੱਲਦਾ ਚੱਲਦਾ ਇੱਕ ਜੌਹਰੀ ਦੇ ਪਾਸ ਪਹੁੰਚਿਆ। ਜੌਹਰੀ ਨੂੰ ਪੁੱਛਿਆ ਵੀ ਆ ਮੈਂ ਵੇਚਣਾ ਹੈ। ਕਹਿੰਦੇ ਜੌਹਰੀ ਉਸ ਕੀਮਤੀ ਲਾਲ ਨੂੰ ਦੇਖ ਕੇ ਬੜਾ ਖੁਸ਼ ਹੋਇਆ ਤੇ 100 ਰੁਪਈਆ ਕੇਵਲ ਦੇਖਣ ਦਾ ਦਰਸ਼ਨੀ ਭੇਟਾ ਦੇ ਰਿਹਾ ਹੈ। ਇਹ ਸਾਲਸਰਾ ਜੌਹਰੀ ਦੀ ਵੀ ਕਹਾਣੀ ਹੈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਭੇਜਿਆ ਹੋਇਆ ਭਾਈ ਮਰਦਾਨਾ ਲਾਲ ਦੀ ਕੀਮਤ ਪਵਾਉਣ ਗਿਆ ਸੀ, ਜਦੋਂ ਜਗਿਆਸੂ ਬਾਬਤ ਸੰਤਾਂ ਕੋਲ ਆਇਆ ਤੇ ਸੰਤਾਂ ਨੇ ਕਿਹਾ, ਦੱਸ ਭਾਈ ਕਿੰਨੇ ਕੁ ਦਾ ਇਹ? ਕਹਿੰਦੇ ਮਹਾਰਾਜ ਇੱਕ ਮਾਈ ਨੂੰ ਵਿਖਾਇਆ, ਉਹਨੇ ਸੇਰ ਆਟੇ ਦੀ ਗੱਲ ਕੀਤੀ। ਜ਼ਿਮੀਂਦਾਰ ਨੂੰ ਵਿਖਾਇਆ, ਉਹ ਕਹਿੰਦਾ 1 ਰੁਪਈਏ ਕਦਾ ਹੈਗਾ, ਬਸ ਲੈ ਜਾ। ਬਾਣੀਏ ਨੇ 100 ਰੁਪਈਆ ਮੁੱਲ ਪਾਇਆ ਤੇ ਇੱਕ ਜੌਹਰੀ ਮਿਲਿਆ, ਉਹਨੇ 100 ਰੁਪਈਆ ਦੇਖਣ ਦਾ ਹੀ ਦੇ ਦਿੱਤਾ। ਹਜੀ ਉਹ ਪੁੱਛਦਾ ਜਿੰਨੇ ਪੈਸੇ ਕਹੇਗਾ ਉਹਨੇ ਮੈਂ ਦੇ ਦੇਵਾਂਗਾ। ਤੋ ਸਾਧੂ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਜੀ ਨੂੰ ਵੀ ਮਰਦਾਨੇ ਨੇ ਕਿਹਾ, ਜੀ ਜੌਹਰੀ ਪੁੱਛਦਾ ਦੱਸੋ ਕਿੰਨੇ ਪੈਸੇ ਦੇਵਾਂ? ਤਾਂ ਸਾਧੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਅਸਲ ਵਿੱਚ ਇਹ ਪਰਮੇਸ਼ਰ ਦਾ ਨਾਮ ਹੈ ਜਿਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤਾਂ ਕੀ ਤਿਲ ਵਡਿਆਈ। ਉਹਦੀ ਇੱਕ ਤਿਲ ਜਿੰਨੀ ਵੀ ਮਹਿਮਾ ਨਹੀਂ ਦੱਸ ਸਕਦੇ। ਇਸ ਕਰਕੇ ਵੱਡੇ ਭਾਗਾਂ ਵਾਲਿਆਂ ਨੂੰ ਇਹ ਹਰੀ ਦੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਆ, ਇਸ ਦਾ ਕੋਈ ਅੰਤ ਨਹੀਂ ਹੈ। ਤੋ ਗੁਰਮਤਿ ਅਨੁਸਾਰ ਭਾਵ ਜਦੋਂ ਗੁਰੂ ਵਾਲੇ ਬਣ ਕੇ ਗੁਰੂ ਤੋਂ ਨਾਮ ਲੈ ਕੇ ਜਪਿਆ ਜਾਂਦਾ, ਭਾਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਸਿੱਖੀ ਦੇ ਵਿੱਚ 5 ਪਿਆਰਿਆਂ ਕੋਲੋਂ ਵਾਹਿਗੁਰੂ ਗੁਰਮੰਤਰ ਮਿਲਦਾ ਹੈ। ਇਤਿਹਾਸ ਵਿੱਚ ਵੀ ਲਿਖਿਆ, ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ,
पर जदों साडे कन विच 5 प्यारियां दे मुख चों पवेगा उस दिन इसने काम शुरू करना है साडे अंदर जाके। तां ते गुरमति नाम मेरा प्राण सकाई, हर कीरत हमारी रह रास रहाओ। हर जन के वड भाग वडेरे, ਉਹ ਵੱਡੇ ਭਾਗਾਂ ਵਾਲੇ ਹਨ। ਹਰੀ ਦੇ ਜਨ ਹਰੀ ਦੇ ਪਿਆਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਜਿਨ੍ਹਾਂ ਦੇ ਅੰਦਰ ਹਰੀ ਦੇ ਨਾਮ ਦੀ ਸ਼ਰਧਾ ਬਣ ਜਾਂਦੀ ਹੈ, ਪਿਆਸ ਲੱਗ ਜਾਂਦੀ ਹੈ ਪ੍ਰਾਪਤੀ ਦੀ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਜਦੋਂ ਹਰੀ ਦਾ ਨਾਮ ਮਿਲਦਾ ਤੇ ਸੰਸਾਰ ਦੀਆਂ ਭੁੱਖਾਂ ਤੇਹਾਂ ਸਭ ਖਤਮ ਹੋ ਜਾਂਦੀਆਂ, ਰੱਜ ਜਾਂਦੇ ਹਨ, ਤ੍ਰਿਪਤ ਹੋ ਜਾਂਦੇ ਹਨ। ਮਿਲ ਸੰਗਤ ਗੁਣ ਪਰਗਾਸ, ਇਹ ਨਾਮ ਦੀ ਮਹਿਮਾ, ਇਹ ਸ਼ਬਦ ਦੀ ਮਹਿਮਾ ਸੰਗਤ ਵਿੱਚ ਬੈਠ ਕੇ ਪਤਾ ਲੱਗਦੀ ਹੈ ਕਿ ਇਹਦੀ ਕਿੰਨੀ ਤਾਕਤ ਹੈ, ਇਹਦਾ ਕਿੰਨਾ ਮੁੱਲ ਹੈ। ਅੱਗੇ ਫਿਰ ਗੁਰੂ ਪਿਆਰਿਓ ਉਹਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਇਸ ਨੂੰ ਪ੍ਰਾਪਤ ਕਰਨਾ ਨਹੀਂ ਕੀਤਾ, ਗੁਰੂ ਵਾਲੇ ਨਹੀਂ ਬਣੇ। ਜਿਨ ਹਰ 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 ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ। ਉਹ ਮਾੜੇ ਭਾਗਾਂ ਵਾਲੇ ਜਿਨ੍ਹਾਂ ਨੇ ਮਾਤਲੋਕ ਵਿੱਚ ਆ ਕਰਕੇ ਹਰੀ ਦਾ ਨਾਮ ਨਹੀਂ ਜਪਿਆ, ਅਖੀਰ ਮਾੜੇ ਭਾਗਾਂ ਦਾ ਕਰਨਾ ਉਹ ਜਮਾਂ ਦੇ ਵਸ ਪੈ ਜਾਂਦੇ ਹੈ। ਨਾਮ ਪਦਾਰਥ ਜੇ ਨਰ ਨਹੀਂ ਪਾਇਆ, ਤੇ ਭਾਗਹੀਨ ਮੋਏ ਮਰ ਜਾਵੇ। ਉਹ ਜਮਾਂ ਦੇ ਵਸ ਪੈਂਦੇ ਹੈ, ਭਾਵ ਜੰਮਣ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਜਿਹੜੇ ਮਨੁੱਖਾ ਜਨਮ ਪ੍ਰਾਪਤ ਕਰਕੇ ਗੁਰੂ ਦੀ ਸੰਗਤ ਨਹੀਂ ਕਰਦੇ, ਗੁਰੂ ਦੇ ਚਰਨਾਂ ਵਿੱਚ ਨਹੀਂ ਆਉਂਦੇ। ਤ੍ਰਿਗ ਜੀਵ ਹੈ ਤ੍ਰਿਗ ਜੀਵਾਸ, ਉਹਨਾਂ ਦਾ ਜੀਵਨਾ ਤ੍ਰਿਗ ਹੈ। ਉਹਨਾਂ ਦਾ ਮਨੁੱਖਾ ਜਨਮ ਲੈਣਾ ਬੇਕਾਰ ਚਲਿਆ ਜਾਂਦਾ ਹੈ। ਉਹਨਾਂ ਪਰਥਾਏ ਪ੍ਰੀਤੋਂ ਹੋਰ ਵੀ ਬਾਣੀ ਵਿੱਚ ਲਿਖਦੇ ਆ, ਤ੍ਰਿਗ ਤਿੰਨਾਂ ਦਾ ਜੀਵਿਆ, ਜਿਨ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਤ੍ਰਿਗ 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 3 ਵਾਰੀ ਕਿਸੇ ਨੂੰ ਤ੍ਰਿਗ ਤ੍ਰਿਗ ਕਹਿ ਦਈਏ ਤਾਂ ਵਾਨੋ ਹਜ਼ਾਰਾਂ ਵਾਰੀ ਫਿੱਟੇ ਮੂੰਹ ਕਹਿਣ ਦੇ ਬਰਾਬਰ ਹੈ। ਤ੍ਰਿਗ 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 ਸੋਇਆ ਜਿਤ, ਤ੍ਰਿਗ ਸਰੀਰ ਕੁਟੰਬ ਸਹਿਰ ਸਿਓ ਜਿਤ, ਹੁਣ ਖਸਮ ਨਾ ਪਾਇਆ। ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਸਰੀਰ ਕੁਟੰਬ ਸਹਿਰ ਸਿਓ ਜਿਤ, ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਹਾਥ ਨ ਆਵੇ, ਅਹਿਲਾ ਜਨਮ ਗਵਾਇਆ। ਇਹ ਮਨੁੱਖਾ ਜੀਵਨ ਦਾ ਕਿੰਨਾ ਫਲ ਸੀ, ਪਰ ਗੁਰੂ ਪਿਆਰਿਓ ਉਸ ਜੀਵ ਨੂੰ ਲਾਹਨਤਾਂ ਪੈਂਦੀਆਂ, ਫਿੱਟੇ ਮੂੰਹ ਲਾਹਨਤਾਂ ਹਜ਼ਾਰਾਂ ਵਾਰੀ। ਇੱਕ ਵਾਰੀ ਤ੍ਰਿਗ ਕਹੀਏ ਤੇ 100 ਵਾਰੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਮਨੁੱਖਾਂ ਦਾ ਜਨਮ ਲੈਣਾ ਬੇਕਾਰ ਚਲਿਆ ਜਾਂਦਾ ਹੈ, ਜਿਹੜੇ ਹੋਰ ਜਿਉਣ ਦੀ ਆਸਤਾ ਰੱਖਦੇ ਆ ਪਰ ਨਾਮ ਨਹੀਂ ਜਪਦੇ। ਤੇ ਜਿਨ੍ਹਾਂ ਨੇ ਜਪਿਆ ਉਹਨਾਂ ਬਾਰੇ ਕਹਿੰਦੇ, ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਜਿਨ੍ਹਾਂ ਨੇ ਹਰੀ ਦੇ ਪਿਆਰਿਆਂ ਨੇ ਹਰੀ ਦੇ ਚਰਨਾਂ ਵਿੱਚ ਬੈਠ ਕੇ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਤ ਸੰਗਤ ਨੂੰ ਪ੍ਰਾਪਤ ਕੀਤਾ। ਪ੍ਰੀਤਮ ਦਾ ਬਚਨ ਹੈ, ਬੜ ਭਾਗੀ ਸਤ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਸ ਕਰਕੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਪਹਿਲਾਂ ਤਾਂ ਉਹਨਾਂ ਦੇ ਵੱਡੇ ਭਾਗ ਹੈ ਜਿਨ੍ਹਾਂ ਨੇ ਸੰਗਤ ਵਿੱਚ ਜਾ ਕੇ ਬੈਠਣਾ ਕੀਤਾ।
जिन हरजन सतगुर संगत पाई तिन धुर मस्तक लिखिया लिखास। फिर वो संगत भी धन है जिहदे विच बैठ के जीव नूं नाम दा रस प्राप्त होया। वडभागी सतसंगत पावै भागहीन भरम चोटां खावै। बिन भागा सतसंग न लभै बिन संगत मैल भरीजै जियो। सतसंगत दे विच जिथे नाम जपण नूं मिलदा उत्थे सेवा करन नूं भी मिलदी आ। ते जद सिख नूं सेवा मिलदी आ ते सेवा दे बदले परमेश्वर बख्शां करदा है। जिवें बचन है आपे सेवा लायन आपे बख्श करे। सबना का माँ प्यो आप है आपे सार करे। वो सबना दा मालक है सब दा माँ प्यो है। धन धन सत संगत जित हरस पाया मिल संगत गुण प्रगास। क्योंकि सत्संग विच बैठ के ही जीव दे अंदर चंगे गुण प्रफुल्लित हुंदे हन। पर संगत है वे किहो जी संगत होनी चाहिदी आ। पातशाह कहने सतसंगत ऐसी जानी है जिथे एको नाम बखानी है। सतसंगत किहो जी होवे जै सतगुरु तह सतसंगत बनाई। जै सतगुरु तह केवल हर कीर्तन गाई। जिथे गुरु दा वासा है उत्थे ही सच दी संगत हो सकदी है। वैसे भीड़ तां बहुत हुंदी है दुनिया दे विच। मनुखां दे इकट्ठ नूं सतसंगत नहीं कहने। जिथे हरि दा नाम जपिया जांदा है उस नूं ही सतसंग कहंदे हन। इह सी पवित्र बचन। धन धन श्री गुरु ग्रंथ साहिब महाराज लड़ीवार चल रही रह रास दे विचों जो शब्द आप जी ने सरवण कीता। रह रास जी का यह चौथे पातशाह जी का बचन। अगला बचन है जिहड़ा वो पंजवें पातशाह जी का है। काहे रे मन चित भै उदम ਜਾਂ आहर हर जियो परिया। सैल पत्थर मैं जानती उपाय ता कार्य आग्या कर धरिया। ये विचार अगले दीवाना भी सरवण करांगे। बोलदियां नेकां अखर बाद घट हो जाते। सिख संगतां दे सतगुरु बख्शण योग है बख्श लैना जी। समाप्ति करिए बुलाओ फतेह पाओ फतेह। वाहिगुरु जी का खालसा वाहिगुरु जी की फतेह।